ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਾਵਨ ਪਵਿੱਤਰ ਸ਼ਬਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ, ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਆਸਾ ਰਾਗ ਵਿੱਚ ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 477-78 ਉੱਤੇ ਅੰਕਿਤ ਹੈ। ਪਾਵਨ ਪਵਿੱਤਰ ਸ਼ਬਦ ਵਿੱਚ ਸ਼੍ਰੋਮਣੀ ਭਗਤ ਧੰਨ ਕਬੀਰ ਸਾਹਿਬ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਧੰਨ ਕਬੀਰ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਅਸੀਂ ਦੀਵੇ ਦੇ ਵਿੱਚ ਜਿਤਨਾ ਤੇਲ ਪਾਉਂਦੇ ਹਾਂ ਉਤਨੀ ਦੇਰ ਤੱਕ ਉਹ ਜਿਹੜੀ ਵੱਟੀ ਹੈ ਦੀਵੇ ਵਿੱਚ ਜਗਦੀ ਹੈ। ਜਦੋਂ ਦੀਵੇ ਵਿੱਚੋਂ ਤੇਲ ਖਤਮ ਹੋ ਜਾਵੇ ਤੇ ਵੱਟੀ ਜਿਹੜੀ ਸੜ ਜਾਂਦੀ ਹੈ। ਜਿਸ ਕਮਰੇ ਦੇ ਵਿੱਚ ਦੀਵਾ ਜਗ ਰਿਹਾ ਹੁੰਦਾ ਹੈ ਤੇ ਸਾਨੂੰ ਸਾਰੀਆਂ ਵਸਤੂਆਂ ਕਮਰੇ ਵਿੱਚ ਪਈਆਂ ਦਿਸ ਪੈਂਦੀਆਂ ਹਨ। ਉਸ ਦੀਵੇ ਦੇ ਜਗਣ ਦੇ ਨਾਲ ਪ੍ਰਕਾਸ਼ ਹੋ ਜਾਂਦਾ ਹੈ ਤੇ ਹਰ ਵਸਤੂ ਜਿਹੜੀ ਸਾਨੂੰ ਦਿਸ ਪੈਂਦੀ ਹੈ। ਜਦੋਂ ਦੀਵੇ ਦੀ ਵੱਟੀ ਸੜ ਜਾਂਦੀ ਹੈ, ਦੀਵਾ ਬੁਝ ਜਾਂਦਾ ਹੈ, ਤਾਂ ਉਦੋਂ ਉਸ ਕਮਰੇ ਵਿੱਚ ਹਨੇਰਾ ਹੋ ਜਾਂਦਾ ਹੈ। ਕੋਈ ਵਸਤੂ ਸਾਡੀਆਂ ਨਜ਼ਰਾਂ ਵਿੱਚ ਨਹੀਂ ਪੈਂਦੀ, ਸਾਨੂੰ ਦਿਸਦੀ ਨਹੀਂ ਹੈ, ਕਿਉਂਕਿ ਦੀਵੇ ਦੇ ਪ੍ਰਕਾਸ਼ ਨਾਲ ਹੀ ਸਾਨੂੰ ਕਮਰੇ ਦੇ ਵਿੱਚ ਹਰੇਕ ਵਸਤੂ ਦਿਸ ਰਹੀ ਸੀ। ਦੀਵਾ ਬੁਝਣ ਦੇ ਨਾਲ ਕਮਰੇ ਵਿੱਚ ਹਨੇਰਾ ਹੋ ਜਾਂਦਾ ਹੈ। ਧੰਨ ਕਬੀਰ ਸਾਹਿਬ ਜੀ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੇ ਸਭ ਕੋਈ। ਜਦੋਂ ਤੱਕ ਦੀਵੇ ਦੇ ਮੁਖ ਵਿੱਚ ਬੱਤੀ ਹੁੰਦੀ ਹੈ ਤੇ ਦੀਵੇ ਦੇ ਵਿੱਚ ਤੇਲ ਹੁੰਦਾ ਹੈ, ਉਤਨੀ ਦੇਰ ਤੱਕ ਦੀਵਾ ਜਗਦਾ ਹੈ। ਜਦੋਂ ਦੀਵੇ ਵਿੱਚੋਂ ਤੇਲ ਬੁਝ ਜਾਂਦਾ ਹੈ ਤੇ ਵੱਟੀ ਸੜ ਜਾਂਦੀ ਹੈ, ਦੀਵਾ ਬੁਝ ਜਾਂਦਾ ਹੈ, ਉਸ ਸਮੇਂ ਉਸ ਕਮਰੇ ਵਿੱਚ ਹਨੇਰਾ ਹੋ ਜਾਂਦਾ ਹੈ। ਇਸੇ ਤਰ੍ਹਾਂ ਧੰਨ ਕਬੀਰ ਸਾਹਿਬ ਜੀ ਸਾਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਕਰਦੇ ਹਨ ਕਿ ਸਾਡੇ ਸਰੀਰ ਰੂਪੀ ਦੀਵੇ ਦੇ ਵਿੱਚ ਜਿਤਨਾ ਵੀ ਅਕਾਲ ਪੁਰਖ ਨੇ ਸਵਾਸਾਂ ਰੂਪੀ ਤੇਲ ਪਾਇਆ ਹੈ, ਉਤਨੀ ਦੇਰ ਤੱਕ ਇਸ ਸਰੀਰ ਦੀ ਹੋਂਦ ਹੈ। ਜਦੋਂ ਸਾਡੇ ਸਰੀਰ ਰੂਪੀ ਦੀਵੇ ਵਿੱਚੋਂ ਸਵਾਸਾਂ ਰੂਪੀ ਤੇਲ ਖਤਮ ਹੋ ਜਾਂਦਾ ਹੈ ਤੇ ਉਦੋਂ ਜਿਹੜੀ ਆਤਮਾ ਰੂਪੀ ਵੱਟੀ ਹੈ ਉਹ ਖਤਮ ਹੋ ਜਾਂਦੀ ਹੈ ਤੇ ਇਸ ਸਰੀਰ ਰੂਪੀ ਦੀਵੇ ਦੇ ਵਿੱਚ ਹਨੇਰਾ ਹੀ ਹਨੇਰਾ ਹੋ ਜਾਂਦਾ ਹੈ। ਉਦੋਂ ਕੋਈ ਵਸਤੂ ਜਿਹੜੀ ਹੈ ਸਾਡੀਆਂ ਨਜ਼ਰਾਂ ਵਿੱਚ ਨਹੀਂ ਆਉਂਦੀ। ਇਸ ਕਰਕੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਭਾਈ ਦੀਵੇ ਦੇ ਵਿੱਚ ਅਸੀਂ ਜਿਤਨਾ ਤੇਲ ਪਾਉਂਦੇ ਹਾਂ ਉਤਨੀ ਦੇਰ ਤੱਕ ਹੀ ਦੀਵਾ ਜਗਦਾ ਹੈ। ਤੇਲ ਖਤਮ ਹੋਣ ਦੇ ਨਾਲ ਵੱਟੀ ਸੜ ਜਾਂਦੀ ਹੈ ਤੇ ਜਿਸ ਕਮਰੇ ਵਿੱਚ ਦੀਵਾ ਜਗ ਰਿਹਾ ਹੁੰਦਾ ਹੈ ਉੱਥੇ ਘੁੱਪ ਹਨੇਰਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਅਕਾਲ ਪੁਰਖ ਨੇ ਸਾਡੇ ਸਰੀਰ ਰੂਪੀ ਦੀਵੇ ਵਿੱਚ ਜਿਤਨੇ ਸਵਾਸਾਂ ਰੂਪੀ ਤੇਲ ਪਾਇਆ ਹੈ ਉਤਨੀ ਦੇਰ ਤੱਕ ਹੀ ਇਸ ਸਰੀਰ ਵਿੱਚ ਪ੍ਰਕਾਸ਼ ਹੈ, ਆਤਮਾ ਜਗ ਰਹੀ ਹੈ। ਜਦੋਂ ਭਾਈ ਸਵਾਸਾਂ ਰੂਪੀ ਤੇਲ ਖਤਮ ਹੋ ਜਾਂਦਾ ਹੈ ਉਦੋਂ ਇਹ ਕਮਰਾ ਜਿਹੜਾ ਹੈ ਸਰੀਰ ਰੂਪੀ ਕਮਰਾ ਉੱਥੇ ਹਨੇਰਾ ਹੋ ਜਾਂਦਾ ਹੈ ਤੇ ਆਤਮਾ ਜਿਹੜੀ ਸਰੀਰ ਤੋਂ ਬਾਹਰ ਹੋ ਜਾਂਦੀ ਹੈ ਤੇ ਅਸੀਂ ਸੰਸਾਰ ਤੋਂ ਸਦਾ ਵਾਸਤੇ ਕੂਚ ਕਰ ਜਾਂਦੇ ਹਾਂ। ਸਾਡੇ ਸਰੀਰ ਨੂੰ ਦੁਨੀਆ ਦੇ ਲੋਕ ਮੁਰਦਾ ਕਰਾਰ ਦੇ ਦਿੰਦੇ ਹਨ। ਧੰਨ ਕਬੀਰ ਸਾਹਿਬ ਜੀ ਆਪਣੀ ਬਾਣੀ ਉਪਦੇਸ਼ ਕਰਦੇ ਹਨ। ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੇ ਸਭ ਕੋਈ। ਜਦੋਂ ਤੱਕ ਸਾਡੇ ਸਰੀਰ ਦੇ ਵਿੱਚ ਭਾਈ ਸਵਾਸਾਂ ਰੂਪੀ ਤੇਲ ਹੈ, ਇਸ ਦੀ ਉਤਨੀ ਦੇਰ ਤੱਕ ਹੋਂਦ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ। ਜਦੋਂ ਤੇਲ ਖਤਮ ਹੋ ਜਾਂਦਾ ਹੈ ਤੇ ਵੱਟੀ ਸੜ ਜਾਂਦੀ ਹੈ, ਜਿਸ ਕਮਰੇ ਦੇ ਵਿੱਚ ਦੀਵਾ ਜਗ ਰਿਹਾ ਹੁੰਦਾ ਹੈ ਉੱਥੇ ਹਨੇਰਾ ਹੋ ਜਾਂਦਾ ਹੈ, ਉੱਥੇ ਸੁੰਨ ਪੈ ਜਾਂਦੀ ਹੈ। ਭਾਵ ਕੋਈ ਵਸਤੂ ਸਾਡੀ ਨਜ਼ਰਾਂ ਵਿੱਚ ਨਹੀਂ ਪੈਂਦੀ, ਕਿਉਂਕਿ ਦੀਵੇ ਦੇ ਪ੍ਰਕਾਸ਼ ਨਾਲ ਹੀ ਸਾਨੂੰ ਕਮਰੇ ਵਿੱਚ ਪਈ ਹਰ ਵਸਤੂ ਦਿਸ ਰਹੀ ਹੁੰਦੀ ਹੈ। ਦੀਵਾ ਬੁਝਣ ਦੇ ਨਾਲ
ਕਮਰੇ ਵਿੱਚ ਹਨੇਰਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਸਰੀਰ ਰੂਪੀ ਕਮਰੇ ਦੇ ਵਿੱਚ ਜਦ ਤੱਕ ਸਵਾਸਾਂ ਰੂਪੀ ਦੀਵਾ ਜਗਦਾ ਹੈ, ਉਤਨੀ ਦੇਰ ਤੱਕ ਹੀ ਇਸ ਸਰੀਰ ਰੂਪੀ ਕਮਰੇ ਵਿੱਚ ਪ੍ਰਕਾਸ਼ ਹੈ। ਸੋ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਰੇ ਬੌਰੇ ਤੋਹਿ ਘਰੀ ਨਾ ਰਾਖੇ ਕੋਈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਿਤਨੀ ਦੇਰ ਤੱਕ ਸਾਡੇ ਸਰੀਰ ਵਿੱਚ ਸਵਾਸ ਚੱਲਦੇ ਹਨ, ਪ੍ਰਾਣ ਚੱਲਦੇ ਹਨ, ਉਤਨੀ ਦੇਰ ਤੱਕ ਸਾਡੇ ਸਰੀਰ ਦੀ ਹੋਂਦ ਹੈ। ਸਾਡਾ ਸਰੀਰ ਚੱਲਦਾ ਫਿਰਦਾ ਹੈ, ਕਾਰ ਵਿਹਾਰ ਕਰਦਾ ਹੈ। ਜਦੋਂ ਸਵਾਸਾਂ ਰੂਪੀ ਤੇਲ ਖਤਮ ਹੋ ਜਾਂਦਾ ਹੈ, ਆਤਮਾ ਰੂਪੀ ਵੱਟੀ ਸੜ ਜਾਂਦੀ, ਖਤਮ ਹੋ ਜਾਂਦੀ ਹੈ, ਤੇ ਉਸ ਸਮੇਂ ਭਾਈ ਸਾਡੇ ਸਰੀਰ ਰੂਪੀ ਦੀਵੇ ਵਿੱਚ ਹਨੇਰਾ ਹੋ ਜਾਂਦਾ ਹੈ, ਕਮਰੇ ਵਿੱਚ ਹਨੇਰਾ ਹੋ ਜਾਂਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਰੇ ਬੌਰੇ ਤੋਹਿ ਘਰੀ ਨਾ ਰਾਖੇ ਕੋਈ। ਜਦੋਂ ਸਾਡੇ ਸਰੀਰ ਦੇ ਵਿੱਚ ਸਵਾਸ ਖਤਮ ਹੋ ਗਏ, ਆਤਮਾ ਸਰੀਰ ਤੋਂ ਬਾਹਰ ਹੋ ਗਈ, ਸਾਡਾ ਸਰੀਰ ਮੁਰਦਾ ਹੋ ਗਿਆ, ਤੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਇੱਕ ਘੜੀ ਵੀ ਸਾਡੇ ਧੀਆਂ ਪੁੱਤਰਾਂ ਨੇ, ਸਾਕ ਸੰਬੰਧੀਆਂ ਨੇ, ਰਿਸ਼ਤੇਦਾਰਾਂ ਨੇ ਇੱਕ ਘੜੀ ਵੀ ਸਾਡੇ ਮੁਰਦੇ ਸਰੀਰ ਨੂੰ ਆਪਣੇ ਘਰ ਵਿੱਚ ਨਹੀਂ ਰੱਖਣਾ। ਸਾਰਿਆਂ ਨੇ ਕਹਿਣਾ, ਭਾਈ ਜਲਦੀ ਜਲਦੀ ਇਸ ਸਰੀਰ ਨੂੰ ਜੋ ਮੁਰਦਾ ਹੋ ਚੁੱਕਾ ਹੈ ਸ਼ਮਸ਼ਾਨ ਭੂਮਿਕਾ ਵਿੱਚ ਲੈ ਚਲੀਏ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਤੂੰ ਰਾਮ ਨਾਮ ਜਪ ਸੋਈ। ਇਸ ਕਰਕੇ ਭਾਈ ਤੂੰ ਪ੍ਰਭੂ ਦਾ ਨਾਮ ਜਪਿਆ ਕਰ, ਰਾਮ ਦਾ ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ। ਪਤਾ ਨਹੀਂ ਸਰੀਰ ਦੇ ਵਿੱਚੋਂ ਸਾਸਾਂ ਰੂਪੀ ਤੇਲ ਕਦੋਂ ਖਤਮ ਹੋ ਜਾਵੇ, ਕਦੋਂ ਪ੍ਰਾਣ ਨਿਕਲ ਜਾਣ ਤੇ ਸਰੀਰ ਜਿਹੜਾ ਹੈ ਉੱਥੇ ਘੁੱਪ ਹਨੇਰਾ ਹੋ ਜਾਵੇ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਦੋਂ ਜੀਵ ਸੰਸਾਰ ਉੱਤੇ ਜਿਉਂਦਾ ਜਾਗਦਾ ਹੁੰਦਾ ਹੈ, ਉਹਦੇ ਰਿਸ਼ਤੇਦਾਰ, ਸਾਕ ਸੰਬੰਧੀ, ਮਾਤਾ ਪਿਤਾ ਸਾਰੇ ਉਸ ਨੂੰ ਆਪਣਾ ਆਪਣਾ ਕਹਿ ਕੇ ਪੁਕਾਰਦੇ ਹਨ। ਤੇ ਜਦੋਂ ਸਰੀਰ ਵਿੱਚੋਂ ਸਵਾਸ ਪ੍ਰਾਣ ਨਿਕਲ ਜਾਂਦੇ ਹਨ, ਭਾਈ ਸਾਰੇ ਸਾਕ ਸੰਬੰਧੀ ਰਿਸ਼ਤੇਦਾਰ ਉਹਦਾ ਸਾਥ ਛੱਡ ਕੇ ਪਿੱਛੇ ਹੋ ਜਾਂਦੇ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਘਰ ਕੀ ਨਾਰ ਬਹੁਤ ਇਤਜਾਸੋਂ ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਜਦੋਂ ਭਾਈ ਸਰੀਰ ਜਿਹੜਾ ਹੈ ਜਿਉਂਦਾ ਜਾਗਦਾ ਹੁੰਦਾ ਹੈ ਤੇ ਉਸ ਦੀ ਪਤਨੀ, ਘਰ ਵਾਲੀ ਉਸ ਨੂੰ ਮੇਰਾ ਮੇਰਾ ਕਹਿ ਕੇ ਪੁਕਾਰਦੀ ਹੈ। ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ ਤਾਂ ਮਨੁੱਖ ਮੁਰਦਾ ਹੋ ਜਾਂਦਾ ਹੈ, ਉਦੋਂ ਉਹਦੀ ਇਸਤਰੀ ਉਸ ਦੇ ਮ੍ਰਿਤਕ ਸਰੀਰ ਨੂੰ ਦੇਖ ਕੇ ਭੂਤ ਪ੍ਰੇਤ ਕਹਿੰਦੀ ਹੋਈ ਉਹਦਾ ਸਾਥ ਛੱਡ ਜਾਂਦੀ ਹੈ। ਘਰ ਕੀ ਨਾਰ ਬਹੁਤ ਇਤਜਾਸੋਂ ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਉਹ ਇਸਤਰੀ ਜੋ ਮਨੁੱਖ ਦੇ ਗਲੇ ਲੱਗ ਕੇ ਰਹਿੰਦੀ ਹੈ, ਨੇੜੇ ਹੋ ਕੇ ਰਹਿੰਦੀ ਹੈ, ਜਦੋਂ ਸਵਾਸਾਂ ਰੂਪੀ ਪੰਛੀ ਸਰੀਰ ਵਿੱਚੋਂ ਉੜ ਜਾਂਦਾ ਹੈ ਤੇ ਉਹ ਇਸਤਰੀ ਆਪਣੇ ਪਤੀ ਦੇ ਮੁਰਦੇ ਸਰੀਰ ਨੂੰ ਦੇਖ ਕੇ ਪ੍ਰੇਤ ਪ੍ਰੇਤ ਕਹਿੰਦੀ ਹੋਈ ਦੂਰ ਦੌੜ ਜਾਂਦੀ ਹੈ, ਉਹਦਾ ਸਾਥ ਛੱਡ ਜਾਂਦੀ ਹੈ। ਧੰਨ ਕਬੀਰ ਸਾਹਿਬ ਜੀ ਇਸੇ ਤਰ੍ਹਾਂ ਕਹਿੰਦੇ ਹਨ, ਕਾਕੀ ਮਾਤ ਪਿਤਾ ਕੋ ਕਾਕੇ ਕਵਨ ਪੁਰਖ ਕੀ ਜੋਈ। ਕਿ ਕੌਣ ਕਹਿੰਦਾ ਕਿਸੇ ਦੀ ਮਾਂ ਹੈ, ਕੌਣ ਕਹਿੰਦਾ ਕਿਸੇ ਦਾ ਪਿਤਾ ਹੈ, ਕੌਣ ਕਹਿੰਦਾ ਕਿਸੇ ਦੀ ਇਸਤਰੀ ਹੈ। ਜੋਈ ਇਸਤਰੀ ਨੂੰ ਕਹਿੰਦੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਦੋਂ ਭਾਈ ਤੇਰੇ ਸਵਾਸ ਖਤਮ ਹੋ ਗਏ, ਪ੍ਰਾਣ ਸਰੀਰ ਵਿੱਚੋਂ ਨਿਕਲ ਗਏ ਤੇ ਤੂੰ ਮੁਰਦਾ ਹੋ ਗਿਆ, ਉਦੋਂ ਸਾਰੇ ਸਾਕ ਸੰਬੰਧੀਆਂ ਨੇ, ਧੀਆਂ ਪੁੱਤਰਾਂ ਨੇ, ਮਾਤਾ ਪਿਤਾ ਨੇ ਤੇਰਾ ਸਾਥ ਛੱਡ ਕੇ ਪਿੱਛੇ ਹਟ ਜਾਣਾ ਹੈ, ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ। ਕਾਕੀ ਮਾਤ ਪਿਤਾ ਕੋ ਕਾਕੇ ਕਾਕੋ ਕਵਨ ਪੁਰਖ ਕੀ ਜੋਈ। ਕਿ ਨਾ ਮਾਤਾ ਪਿਤਾ, ਨਾ ਇਸਤਰੀ, ਨਾ ਕੋਈ ਸਾਕ ਸੰਬੰਧੀ ਤੇਰੇ ਨਾਲ ਜਾਵੇਗਾ। ਸਿਰਫ ਜੀਵ ਆਤਮਾ ਇਕੱਲੀ ਇਹ ਸਰੀਰ ਛੱਡ ਕੇ ਪਰਲੋਕ ਰੂਪੀ ਘਰ ਵਿੱਚ ਜਾਵੇਗੀ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਦੋਂ ਸਰੀਰ ਰੂਪੀ ਭਾਂਡੇ ਵਿੱਚੋਂ ਜਿਹੜੇ ਸਵਾਸ ਨਿਕਲ ਕੇ ਭਾਂਡਾ ਫੁੱਟ ਗਿਆ ਤੇ ਭਾਂਡਾ ਟੁੱਟ ਗਿਆ, ਤੇ ਉਦੋਂ ਭਾਈ ਇਹ ਸਰੀਰ ਨਾਸ਼ਵਾਨ ਹੋ ਜਾਣਾ ਹੈ। ਘਟ ਫੂਟੇ ਕੋ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਜਦੋਂ ਸਰੀਰ ਰੂਪੀ ਭਾਂਡਾ ਟੁੱਟ ਗਿਆ, ਪ੍ਰਾਣ ਖਤਮ ਹੋ ਗਏ, ਤੇ ਸਾਰੇ ਸਾਕ ਸੰਬੰਧੀਆਂ ਨੇ, ਧੀਆਂ ਪੁੱਤਰਾਂ ਨੇ, ਇਸਤਰੀ ਨੇ, ਸਾਰਿਆਂ ਨੇ ਕਹਿਣਾ, ਭਾਈ ਜਲਦੀ ਜਲਦੀ ਇਸ ਮ੍ਰਿਤਕ ਨੂੰ, ਇਸ ਮੁਰਦੇ ਨੂੰ ਜਲਦੀ ਤੋਂ ਜਲਦੀ ਸ਼ਮਸ਼ਾਨ ਭੂਮਿਕਾ ਵਿੱਚ ਲੈ ਚਲੋ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਿਸ ਮਨੁੱਖ ਦਾ ਸਰੀਰ ਪ੍ਰਾਣਾਂ ਤੋਂ ਸੱਖਣਾ ਹੋ ਜਾਂਦਾ ਹੈ, ਪ੍ਰਾਣਾਂ ਤੋਂ ਹੀਣਾ ਹੋ ਜਾਂਦਾ ਹੈ, ਸਰੀਰ ਵਿੱਚੋਂ ਪ੍ਰਾਣ ਜੁਦਾ ਹੋ ਜਾਂਦੇ ਹਨ, ਤੇ ਉਹਦੀ ਮਾਤਾ
ਆਪਣੇ ਪੁੱਤਰ ਦੇ ਵਿਛੋੜੇ ਦੇ ਵਿੱਚ ਬਾਹਰ ਦਰਵਾਜ਼ੇ ਦੀਆਂ ਦਰੀਜਾਂ ਉੱਤੇ ਬੈਠ ਕੇ ਪੁੱਤਰ ਦੇ ਵਿਛੋੜੇ ਵਿੱਚ ਰੋਂਦੀ ਹੈ। ਦੋਹਰੀ ਬੈਠੀ ਮਾਤਾ ਰੋਵੇ, ਖਟੀਆ ਲੈ ਕੇ ਭਾਈ, ਤੇ ਚਾਰ ਭਰਾ ਉਹਦੇ ਪੁੱਤਰ ਦੀ ਲਾਸ਼ ਨੂੰ ਚੁੱਕ ਕੇ ਸ਼ਮਸ਼ਾਨ ਭੂਮਿਕਾ ਵੱਲ ਲੈ ਜਾਂਦੇ ਹਨ। ਤੇ ਮਾਤਾ ਜਿਹੜੀ ਹੈ ਪੁੱਤਰ ਦੇ ਵਿਛੋੜੇ ਵਿੱਚ ਬਾਹਰਲੇ ਦਰਵਾਜ਼ੇ ਦੇ ਦਰੀਜਾਂ ਤੇ ਰੋਂਦੀ ਰਹਿ ਜਾਂਦੀ ਹੈ। ਦਿਓਹਰੀ ਬੈਠੀ ਮਾਤਾ ਰੋਵੇ, ਖਟੀਆ ਲੈ ਕੇ ਭਾਈ। ਪੁੱਤਰ ਦੇ ਵਿਛੋੜੇ ਵਿੱਚ ਮਾਂ ਦੁਖਿਆਰ ਹੁੰਦੀ ਹੈ, ਰੋਂਦੀ ਹੈ ਤੇ ਵਿਰਲਾਪ ਕਰਦੀ ਹੈ। ਪਰ ਚਾਰ ਭਰਾ ਉਸ ਦੇ ਪੁੱਤਰ ਦੀ ਲਾਸ਼ ਨੂੰ ਲੈ ਕੇ ਸ਼ਮਸ਼ਾਨ ਭੂਮਿਕਾ ਵਿੱਚ ਚਲੇ ਜਾਂਦੇ ਹਨ। ਧੰਨ ਕਬੀਰ ਸਾਹਿਬ ਜੀ ਉਪਦੇਸ਼ ਕਰਦੇ ਹਨ, ਜਿਸ ਔਰਤ ਦਾ ਪਤੀ ਜਿਹੜਾ ਹੈ ਉਹਨੂੰ ਸਦੀਵੀ ਵਿਛੋੜਾ ਦੇ ਜਾਂਦਾ ਹੈ ਤੇ ਉਹਦਾ ਪਤੀ ਸੰਸਾਰ ਤੋਂ ਕੂਚ ਕਰ ਜਾਂਦਾ ਹੈ, ਉਹ ਇਸਤਰੀ ਪਤੀ ਦੇ ਵਿਛੋੜੇ ਦੇ ਵਿੱਚ ਗਲ ਵਿੱਚ ਵਾਲ ਲਟਕਾ ਕੇ ਰੋਂਦੀ ਹੈ, ਦੁਖਿਆਰ ਹੁੰਦੀ ਹੈ, ਪਤੀ ਦੇ ਵਿਛੋੜੇ ਵਿੱਚ ਰੋਂਦੀ ਹੈ। ਲੱਟ ਛਟਕਾਏ ਤ੍ਰਿਆ ਰੋਵੇ। ਤ੍ਰਿਆ ਇਸਤਰੀ ਨੂੰ ਕਹਿੰਦੇ ਲੱਟ ਵਾਲਾ ਨੂੰ ਕਿਹਾ ਜਾਂਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਭਾਈ ਜਿਸ ਔਰਤ ਦਾ ਪਤੀ ਆਪਣੀ ਪਤਨੀ ਨੂੰ ਸਦੀਵੀ ਵਿਛੋੜਾ ਦੇ ਜਾਂਦਾ ਹੈ, ਸੰਸਾਰ ਤੋਂ ਕੂਚ ਕਰ ਜਾਂਦਾ ਹੈ ਤੇ ਉਹਦੀ ਪਤਨੀ ਸਦਾ ਵਾਸਤੇ ਵਿਧਵਾ ਹੋ ਜਾਂਦੀ ਹੈ, ਉਹ ਇਸਤਰੀ ਆਪਣੇ ਗਲ ਵਿੱਚ ਵਾਲ ਲਟਕਾ ਕੇ ਆਪਣੇ ਪਤੀ ਦੇ ਵਿਛੋੜੇ ਵਿੱਚ ਝੂਰਦੀ ਹੈ, ਰੋਂਦੀ ਹੈ, ਦੁਖਿਆਰ ਹੁੰਦੀ ਹੈ ਤੇ ਉਹਦੇ ਪਤੀ ਦੇ ਸਰੀਰ ਵਿੱਚੋਂ ਸਵਾਂਸਾ ਰੂਪੀ ਹੰਸ ਨਿਕਲ ਕੇ ਕੱਲਾ ਹੀ ਪਰਲੋਕ ਰੂਪੀ ਘਰ ਵਿੱਚ ਚਲਿਆ ਜਾਂਦਾ ਹੈ। ਲੱਟ ਛਟਕਾਏ ਤ੍ਰਿਆ ਰੋਵੇ, ਹੰਸ ਅਕੇਲਾ ਜਾਈ। ਧੰਨ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਕਹਿਤ ਕਬੀਰ ਸੁਨੋ ਰੇ ਸੰਤੋ, ਪੈ ਸਾਗਰ ਕੇ ਤਾਈ। ਕਿ ਸੰਤ ਜਨੋ, ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਭਵਜਲ ਰੂਪੀ ਸੰਸਾਰ ਤੋਂ ਪਾਰ ਲੰਘਣ ਵਾਸਤੇ ਤੇ ਜਨਮ ਮਰਨ ਦੇ ਦੁੱਖ ਤੋਂ ਰਹਿਤ ਹੋਣ ਵਾਸਤੇ ਭਾਈ ਸਾਨੂੰ ਅਕਾਲ ਪੁਰਖ ਦੀ ਬੰਦਗੀ ਕਰਨੀ ਪਵੇਗੀ, ਸਿਮਰਨ ਕਰਨਾ ਪਵੇਗਾ ਤੇ ਉਹਦੀ ਯਾਦ ਵਿੱਚ ਜੁੜਨਾ ਪਵੇਗਾ। ਜੋ ਪ੍ਰਭੂ ਦੀ ਯਾਦ ਵਿੱਚ ਜੁੜਦੇ ਹਨ, ਸਵਾਸ ਸਵਾਸ ਉਹਦਾ ਨਾਮ ਜਪਦੇ ਹਨ, ਅਕਾਲ ਪੁਰਖ ਦਾ ਸਿਮਰਨ ਬੰਦਗੀ ਕਰਦੇ ਹਨ, ਉਹ ਭਵਜਲ ਰੂਪੀ ਸੰਸਾਰ ਤੋਂ ਤਰ ਜਾਂਦੇ ਹਨ। ਉਹਨਾਂ ਦਾ ਜੰਮਣਾ ਮਰਨਾ, ਸੰਸਾਰ ਉੱਤੇ ਆਉਣਾ ਜਾਣਾ ਸਦਾ ਵਾਸਤੇ ਖਤਮ ਹੋ ਜਾਂਦਾ ਹੈ ਤੇ ਉਹਨਾਂ ਨੂੰ ਪ੍ਰਭੂ ਦੀ ਚਰਨਾਂ ਵਿੱਚ ਸਦੀਵੀ ਨਿਵਾਸ ਮਿਲਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਕਹਿਤ ਕਬੀਰ ਸੁਨੋ ਰੇ ਸੰਤੋ, ਪੈ ਸਾਗਰ ਕੇ ਤਾਈ। ਜੇ ਭਵਜਲ ਰੂਪੀ ਸੰਸਾਰ ਤੋਂ ਪਾਰ ਲੰਘਣਾ ਹੈ ਕਿ ਸੰਤ ਜਨੋ ਪ੍ਰਭੂ ਦਾ ਨਾਮ ਜਪੋ, ਸਿਮਰਨ ਕਰੋ, ਉਹਦੀ ਯਾਦ ਜੁੜੇ ਰਹੋ, ਤਾਂ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹੋ ਤੇ ਜਨਮ ਮਰਨ ਦੇ ਦੁੱਖ ਤੋਂ ਰਹਿਤ ਹੋ ਸਕਦੇ ਹੋ। ਧੰਨ ਕਬੀਰ ਸਾਹਿਬ ਜੀ ਆਪਣੀ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ ਕਿ ਨਾਮ ਸਿਮਰਨ ਤੋਂ ਬਿਨਾਂ ਪ੍ਰਭੂ ਦੇ ਭੇਜੇ ਹੋਏ ਜਮਰਾਜ ਜਦੋਂ ਜੀਵ ਨੂੰ ਸੰਸਾਰ ਉੱਤੋਂ ਲੈਣ ਵਾਸਤੇ ਆਉਂਦੇ ਹਨ, ਉਹਦੇ ਉੱਤੇ ਬੜਾ ਜ਼ੁਲਮ ਢਾਉਂਦੇ ਹਨ। ਜਮਾਂ ਦੀਆਂ ਬਹੁਤ ਸਖਤ ਸਜ਼ਾਵਾਂ ਮਿਲਦੀਆਂ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ, ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੇ ਗੁਸਾਈ। ਗੁਸਾਈ ਪਰਮਾਤਮਾ ਨੂੰ ਕਿਹਾ ਜਾਂਦਾ ਹੈ ਕਿ ਪ੍ਰਭੂ ਦੇ ਭੇਜੇ ਹੋਏ ਜਮਰਾਜ ਜਿਹੜੇ ਹਨ, ਕਿਸੇ ਸੰਸਾਰੀ ਜੀਵ ਦੇ ਹਟਾਇਆ ਪਿੱਛੇ ਨਹੀਂ ਹਟਦੇ। ਫਿਰ ਉਸ ਮਨਮੁਖੀ ਜੀਵ ਨੂੰ ਜਿਸ ਨੇ ਸੰਸਾਰ ਉੱਤੇ ਆ ਕੇ ਮਾੜੇ ਕਰਮ ਕੀਤੇ ਹੁੰਦੇ ਹਨ ਤੇ ਪਾਪ ਕਰਮ ਕੀਤੇ ਹੁੰਦੇ ਹਨ, ਪ੍ਰਭੂ ਦਾ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਉਹਦੀ ਯਾਦ ਵਿੱਚ ਨਹੀਂ ਜੁੜਿਆ, ਤੇ ਇਸ ਕਰਕੇ ਪ੍ਰਭੂ ਦੇ ਭੇਜੇ ਜਮਰਾਜ ਉਹਦੇ ਉੱਤੇ ਬਹੁਤ ਹੀ ਜਿਹੜੀਆਂ ਸਖਤ ਸਜ਼ਾਵਾਂ ਦਿੰਦੇ ਹਨ ਤੇ ਉਸ ਉੱਤੇ ਜੁਰਮ ਢਾਉਂਦੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ, ਭਰਾਈ ਜੇ ਜਮਾਂ ਦੀ ਮਾਰ ਤੋਂ ਬਚਣਾ ਹੈ ਤੇ ਆਉਣ ਜਾਣ ਦੇ ਚੱਕਰ ਤੋਂ ਬਚਣਾ ਹੈ, ਸੰਸਾਰ ਉੱਤੇ ਆਉਣ ਜਾਣ ਦੇ ਚੱਕਰ ਤੋਂ ਨਿਰਲੇਪ ਹੋਣਾ ਹੈ, ਬਚਣਾ ਹੈ, ਤੇ ਭਾਈ ਪ੍ਰਭੂ ਦਾ ਨਾਮ ਜਪੋ, ਸਿਮਰਨ ਕਰੋ, ਬੰਦਗੀ ਕਰੋ, ਉਹਦੀ ਯਾਦ ਵਿੱਚ ਜੁੜੇ ਰਹੋ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਹਿਰਦੇ ਰੂਪੀ ਘਰ 'ਚ ਵਸਾ ਕੇ ਸੇਵਾ ਸਿਮਰਨ ਕਰਦੇ ਹੋਏ ਆਪਣਾ ਮੁੱਖਾ ਜਨਮ ਸਫਲਾ ਕਰੀਏ। ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ। ਆਪ ਸਰਬੱਤ ਸੰਗਤਾਂ ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।